ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਜਾਣੇ ਮਾਣੇ ਇਕਨੋਮਿਸਟ ਡਾਕਟਰ ਰਾਜੀਵ ਖੋਸਲਾ। ਖੋਸਲਾ ਸਾਹਿਬ ਜੀ ਆਇਆਂ ਨੂੰ ਸਵਾਗਤ। ਮਿਹਰਬਾਨੀ ਜੀ ਖੰਨਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮਾਨ ਸਾਹਿਬ ਕਹਿੰਦੇ ਕਿ ਪੇਪਰਲੈਸ ਬਜਟ ਪੇਸ਼ ਕਰ ਰਹੇ ਹਾਂ ਤੇ 21 ਲੱਖ ਰੁਪਈਆ ਬਚਾ ਰਹੇ ਹਾਂ। ਬਹੁਤ ਵਧੀਆ ਗੱਲ ਹੈ। ਕਈ ਦਰਖਤ ਵੀ ਬਚ ਗਏ ਕਿਉਂਕਿ ਪੇਪਰ ਦਾ ਇਸਤੇਮਾਲ ਨਹੀਂ ਹੋਇਆ, ਨਹੀਂ ਤਾਂ ਪੇਪਰ ਬਣਦਾ ਦਰਖਤਾਂ ਤੋਂ ਹੈ। ਦਰਖਤ ਵੀ ਕੱਟੇ ਜਾਣੇ ਸੀ, ਤਕਰੀਬਨ 900 ਦੇ ਕਰੀਬ। ਬਹੁਤ ਵਧੀਆ ਗੱਲ। ਅਗਲੇ ਦਿਨ ਅਸੀਂ ਦੇਖਦੇ ਹਾਂ ਵੱਡੇ ਵੱਡੇ ਇਸ਼ਤਿਹਾਰ ਪੰਜਾਬ ਗੌਰਮੈਂਟ ਵੱਲੋਂ ਲੀਡਿੰਗ ਨਿਊਜ਼ਪੇਪਰਸ ਦੇ ਫਰੰਟ ਪੇਜ ਦੇ ਉੱਤੇ। ਉਸ ਇਸ਼ਤਿਹਾਰ ਦੇ ਉੱਤੇ ਜਿਹੜਾ ਪੈਸਾ ਖਰਚ ਹੋਇਆ ਉਹ ਵੀ ਗੌਰ ਕਰਨ ਦੀ ਗੱਲ ਹੈ ਕਿ 21 ਲੱਖ ਰੁਪਈਆ ਬਚਾਇਆ ਤੇ ਫਿਰ ਇੱਧਰ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ। ਸਭ ਨੂੰ ਪਤਾ ਹੀ ਆ ਕਿ ਤੁਸੀਂ ਬਜਟ ਪਾਸ ਕੀਤਾ, ਸਭ ਨੂੰ ਪਤਾ ਹੀ ਹੈ ਕਿ ਤੁਸੀਂ ਬਜਟ ਦਾ ਐਲਾਨ ਕੀਤਾ। ਇੱਕ ਪਾਸੇ ਤੁਸੀਂ ਖਰਚੇ ਬਚਾ ਰਹੇ ਹੋ ਤੇ ਇੱਕ ਪਾਸੇ ਤੁਸੀਂ 8-10 ਗੁਣਾ ਜ਼ਿਆਦਾ ਖਰਚ ਕਰ ਰਹੇ ਹੋ। ਸੋ ਇਹ ਗੱਲ ਕੁਝ ਸਮਝ ਨਹੀਂ ਆਉਂਦੀ ਕਿ ਬਜਟ ਦੇ ਉੱਤੇ ਹੀ ਤੁਸੀਂ ਬਜਟ ਦੇ ਖਰਚੇ ਕੰਟਰੋਲ ਨਹੀਂ ਕਰਦੇ ਪਏ। ਖੈਰ, ਅੱਗੇ ਵਧਦੇ ਹਾਂ, ਤੁਹਾਡੇ ਵੱਲ ਆਉਂਦੇ ਹਾਂ। ਖੋਸਲਾ ਸਾਹਿਬ, ਇਹ ਦੱਸੋ ਕਿ ਇਸ ਵਕਤ ਕਹਿੰਦੇ ਸੀ ਕਿ ਖਜ਼ਾਨੇ ਦੇ ਉੱਤੇ ਬਹੁਤ ਜ਼ਿਆਦਾ ਭਾਰ ਹੈ, ਨਾਲ ਘਾਟਾ ਪਿਆ ਹੋਇਆ, ਬਹੁਤ ਕਰਜ਼ਾ ਹੈ ਤੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਚੀਮਾ ਸਾਹਿਬ, ਉਹਨਾਂ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਰਹੀਆਂ ਹੋਣਗੀਆਂ ਜਦੋਂ ਇਹ ਸਾਰਾ ਬਜਟ ਡਿਜ਼ਾਈਨ ਕੀਤਾ ਹੋਣਾ ਉਹਨਾਂ ਨੇ? ਦੇਖੋ ਜੀ, ਬਜਟ ਦੇ ਵਿੱਚ ਜਿਹੜੀ ਪ੍ਰਾਇਮਰੀਲੀ ਐਤਕੀ ਦੋ ਇਨਸਟੈਂਸਸ ਇਦਾਂ ਦੇ ਹੋਏ ਆ ਜਿੱਥੋਂ ਇਹ ਲੱਗਦਾ ਸੀਗਾ ਵੀ ਇਹ ਜਿਹੜੀ ਸਟੇਟ ਹੈ ਜਾਂ ਸਟੇਟ ਦਾ ਜਿਹੜਾ ਖਜ਼ਾਨਾ ਹੈ ਉਹ ਬੜਾ ਹਾਰਡ ਪ੍ਰੈਸਡ ਹੈ। ਉਸ ਖਜ਼ਾਨੇ ਦੇ ਵਿੱਚ ਉਨਾ ਪੈਸਾ ਨਹੀਂ ਹੈ ਜਿੰਨਾ ਇੱਕ ਚੰਗਾ ਬਜਟ ਦੇਣ ਦੇ ਲਈ ਹੋ ਸਕਦਾ। ਪਹਿਲਾ ਇੰਸਟੈਂਸ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹ ਸੀਗਾ ਜਦੋਂ ਮਾਨ ਸਾਹਿਬ ਪ੍ਰਧਾਨ ਮੰਤਰੀ ਮੋਦੀ ਜੀ ਦੇ ਕੋਲ ਗਏ ਸੀ ਔਰ ਜਾ ਕੇ ਉਹਨੇ ਗੱਲ ਕੀਤੀ ਸੀ ਵੀ ਸਾਨੂੰ 1 ਲੱਖ ਕਰੋੜ ਰੁਪਈਆ, 50-50 ਹਜ਼ਾਰ ਕਰੋੜ ਰੁਪਈਆ ਜਿਹੜਾ ਹੈ ਉਹ 2 ਸਾਲ ਦੇ ਲਈ ਦਿੱਤਾ ਜਾਵੇ। ਜਿਹੜਾ ਇੱਕ ਪੈਕੇਜ ਦੀ ਉਹਨਾਂ ਨੇ ਗੱਲ ਕੀਤੀ ਸੀ, ਜਿਸ ਦੇ ਬਾਰੇ ਕੋਈ ਵੀ ਸੰਜੀਦਾ ਤਰੀਕੇ ਦੇ ਨਾਲ ਮੈਨੂੰ ਲੱਗਦਾ ਉਹਨੂੰ ਨਹੀਂ ਲਿੱਤਾ ਗਿਆ ਗੱਲ ਨੂੰ, ਤੇ ਪੰਜਾਬ ਸਟੇਟ ਨੂੰ ਕੁਝ ਵੀ ਨਹੀਂ ਮਿਲਿਆ ਅਜੇ ਤੱਕ। ਦੂਜੀ ਜਿਹੜੀ ਗੱਲ ਹੈ ਵੀ ਜਿੱਦਾਂ ਚੀਮਾ ਸਾਹਿਬ ਨੇ ਬਜਟ ਆਉਣ ਤੋਂ 2 ਦਿਨ ਪਹਿਲਾਂ ਵਾਈਟ ਪੇਪਰ ਜਿਹੜਾ ਲਿਆ ਕੇ ਰੱਖਿਆ, ਉੱਥੋਂ ਇਸ਼ਾਰਾ ਮਿਲਦਾ ਸੀਗਾ ਉਸ ਚੀਜ਼ ਤੋਂ ਵੀ ਸਟੇਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੈਟਸ ਦੇ ਵਿੱਚ ਹੈ, ਜ਼ਿਆਦਾ ਕਰਜ਼ਿਆਂ ਦੇ ਵਿੱਚ ਹੈ। ਤਾਂ ਇੱਥੋਂ ਇਸ਼ਾਰਾ ਜ਼ਰੂਰ ਮਿਲ ਗਿਆ ਸੀਗਾ ਵੀ ਇਹ ਬਜਟ ਜਿਹੜਾ ਹੋਏਗਾ ਇਹਦੇ ਵਿੱਚ ਜੋ ਸਰਕਾਰ ਕਰਨਾ ਚਾਹੁੰਦੀ ਹੈ ਜਾਂ ਜਿਨ੍ਹਾਂ ਮਨਸੂਬਿਆਂ ਨੂੰ ਲੈ ਕੇ ਸਰਕਾਰ ਬਣੀ ਹੈ ਉਹ ਸ਼ਾਇਦ ਪੂਰੇ ਨਾ ਹੋ ਸਕਣ, ਕਿਉਂਕਿ ਸਟੇਟ ਦੇ ਉੱਤੇ ਖਰਚਿਆਂ ਦੇ ਲਈ ਇੱਕ ਪਾਬੰਦੀ ਹੋਏਗੀ, ਉਹਨਾਂ ਪੈਸਾ ਨਹੀਂ ਹੋਏਗਾ। ਤਾਂ ਇਹ ਸੀਗਾ ਜੀ ਪਹਿਲੀ ਚੀਜ਼ ਜਿਹੜੀ ਬਜਟ ਆਉਣ ਤੋਂ ਪਹਿਲਾਂ ਜਿਹੜੇ ਦੋ ਇੰਸਟੈਂਸਸ ਜਿੱਥੋਂ ਲੱਗਦਾ ਵੀ ਇਹ ਬਜਟ ਜਿਹੜਾ ਸੀ, ਇਹ ਬਜਟ ਦੇ ਵਿੱਚ ਸਰਕਾਰ ਜਿਹੜੀ ਕੰਸਟ੍ਰੇਂਟ ਸੀਗੀ ਵੀ ਕਿਸ ਤਰੀਕੇ ਦੇ ਨਾਲ ਪੈਸਾ ਖਰਚਿਆ ਜਾਵੇ। ਹਾਂਜੀ। ਉਸ ਤੋਂ ਇਲਾਵਾ ਜਿਹੜੇ ਚੈਲੰਜਸ ਰਹੇ ਨੇ ਸਰ, ਇਹ ਤਾਂ ਮੁੱਖ ਤੌਰ ਤੇ ਜੋ ਸਾਨੂੰ ਨਜ਼ਰ ਆਉਂਦਾ ਸਾਹਮਣੇ, ਜੋ ਕਾਗਜ਼ੀ ਕਾਰਵਾਈ ਜਾਂ ਜਿਹਦੀ ਰਿਪੋਰਟਿੰਗ ਹੋਈ ਹੈ, ਕੁਝ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਹਜੇ ਰਿਪੋਰਟਿੰਗ ਨਹੀਂ ਹੋਈ ਜਾਂ ਜੋ ਅਸਿੱਧੇ ਤੌਰ ਤੇ ਪੰਜਾਬ ਦੇ ਬਜਟ ਨੂੰ ਅਫੈਕਟ ਕਰਦੀਆਂ ਨੇ। ਪਹਿਲੀ ਚੀਜ਼ ਉਹਦੇ ਚੋਂ ਹੈ ਜਿੱਦਾਂ GST ਦੀ ਜਿਹੜੀ ਕੰਪਨਸੇਸ਼ਨ ਮਿਲਦੀ ਹੈ, ਜਿਹਦੇ ਬਾਰੇ ਮੁੱਖ ਮੰਤਰੀ ਸਾਹਿਬ ਨੇ ਆਪ ਗੱਲ ਕੀਤੀ ਸੀ ਕਿ ਪੰਜਾਬ ਸਟੇਟ ਨੂੰ ਜਿਹੜਾ 2017 ਦੇ ਵਿੱਚ GST ਦਾ ਇਹਨਾਂ ਨੇ ਹਿਸਾਬ ਲਾਇਆ ਸੀ, ਤਾਂ 5 ਸਾਲ ਦੇ ਲਈ ਜਿਹੜੇ ਸੂਬਾਈ ਸਰਕਾਰਾਂ ਨੇ ਉਹਨਾਂ ਨੂੰ ਪੈਸੇ ਮਿਲਣੇ ਸੀ, ਕੰਪਨਸੇਸ਼ਨ ਜਾਂ ਮੁਆਵਜ਼ਾ ਮਿਲਣਾ ਸੀ। ਉਹ ਮੁਆਵਜ਼ਾ ਜਿਹੜਾ ਹੈ ਉਹ 30 ਜੂਨ 2022 ਨੂੰ ਖਤਮ ਹੋ ਰਿਹਾ। ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ 15,000 ਕਰੋੜ ਰੁਪਈਆ ਸਟੇਟ ਨੂੰ ਮਿਲਦਾ। ਹੁਣ ਉਹ 15,000 ਕਰੋੜ ਰੁਪਈਆ ਸਟੇਟ ਨੂੰ ਨਹੀਂ ਮਿਲੇਗਾ। ਤਾਂ ਇੱਕ ਪਾਸੇ ਹੁਣ ਬਜਟ, ਇੱਕ ਪਾਸੇ ਸਰਕਾਰ ਨੇ ਲੋਕ ਲੁਭਾਵਨ ਬਜਟ ਦੇਣਾ ਕਿਉਂਕਿ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਹੈ, ਔਰ ਫੁੱਲ ਸਟੇਟ ਦੇ ਵਿੱਚ ਦਿੱਲੀ ਜਿਹੜੀ ਹੈ ਪਾਰਸ਼ਲ ਸਟੇਟ ਹੈ, ਫੁੱਲ ਸਟੇਟ ਪੰਜਾਬ ਵਰਗਾ ਇੱਕ ਪੂਰਾ ਸੂਬਾ ਜਿਹੜਾ ਹੈ ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਨਾ ਸੀ। ਤਾਂ ਸਾਰਿਆਂ ਦੀ
ਚਾਹੇ ਉਹ ਅਰਥਚਾਰੇ ਦੇ ਮਾਹਰ ਨੇ, ਚਾਹੇ ਉਹ ਪੋਲੀਟੀਕਲ ਸਾਇੰਟਿਸਟ ਨੇ, ਚਾਹੇ ਉਹ ਸੋਸ਼ੋਲੋਜਿਸਟ ਨੇ, ਚਾਹੇ ਉਹ ਸਟੂਡੈਂਟ ਨੇ, ਚਾਹੇ ਉਹ ਆਮ ਜਨਤਾ ਹੈ, ਅਪਾਰਟ ਫਰੋਮ ਦਾ ਪੋਲੀਟੀਕਲ ਪਾਰਟੀਜ਼, ਸਭ ਦੀ ਅੱਖ ਸੀਗੀ ਇਸ ਬਜਟ ਦੇ ਉੱਤੇ ਬਿਲਕੁਲ ਵੀ ਸਹੀ। ਇਹ ਕਿੱਦਾਂ ਦਾ ਆਉਂਦਾ, ਆਮ ਆਦਮੀ ਪਾਰਟੀ ਦਾ ਬਜਟ ਕਿਸ ਤਰ੍ਹਾਂ ਦਾ ਆਉਂਦਾ। ਜੀ ਤਾਂ ਮੈਂ ਦੱਸਿਆ ਵੀ ਜੀਐਸਟੀ ਦੀ ਬੈਠਕ ਇਸ ਵੇਲੇ ਚੱਲ ਰਹੀ ਹੈ, ਤਾਂ ਜੀਐਸਟੀ ਦੇ ਵਿੱਚ 15,000 ਕਰੋੜ ਰੁਪਈਆ ਜਿਹੜਾ ਹੈ ਉਹ ਸਟੇਟ ਨੂੰ ਨਹੀਂ ਆਣਾ ਅੱਜ। ਹਾਲਾਂਕਿ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਾਂ ਹਜੇ ਤੱਕ ਤਾਂ ਕੋਈ ਐਗਜ਼ੈਕਟ ਰਿਜ਼ਲਟ ਨਹੀਂ ਆਇਆ, ਪਰ ਇੱਕ ਪਾਸੇ ਜਿਹੜੀਆਂ ਸਟੇਟ ਸਰਕਾਰਾਂ ਨੇ ਉਹ ਕਹਿੰਦੀਆਂ ਵੀ ਜੀਐਸਟੀ ਦੇ ਵਿੱਚ ਜਿਹੜੀਆਂ ਸਲੈਬਸ ਨੇ ਜਿਹਦੇ ਤੇ ਲੋਕਾਂ ਦਾ ਟੈਕਸ ਲੱਗਦਾ ਉਹਨਾਂ ਸਲੈਬਸ ਨੂੰ ਵਧਾਇਆ ਜਾਵੇ ਤਾਂ ਕਿ ਸਟੇਟਾਂ ਦੇ ਕੋਲ ਪੈਸਾ ਆਵੇ। ਲੇਕਿਨ ਦੂਜੇ ਪਾਸੇ ਕੇਂਦਰ ਜਿਹੜੀ ਹੈ ਉਹਨੂੰ ਵਧਾਉਣ ਦੇ ਹੱਕ ਦੇ ਵਿੱਚ ਨਹੀਂ ਹੈ, ਪਰ ਕਿਸੇ ਨਾ ਕਿਸੇ ਤਰ੍ਹਾਂ ਸਟੇਟਸ ਜਿਹੜੀਆਂ ਨੇ ਉੱਥੇ ਹਾਰਡ ਪ੍ਰੈਸਡ ਨੇ, ਪੈਸਾ ਨਹੀਂ ਹੈ। ਇਹ ਪਹਿਲਾ ਚੈਲੰਜ ਸਰਕਾਰ ਦੇ ਸਾਹਮਣੇ ਖੜਾ ਸੀ ਜਾਂ ਖੜਾ ਹੈ। ਦੂਜੀ ਚੀਜ਼ ਜਿਹੜੀ ਹੈ, ਸਰਕਾਰ ਨੇ ਦੇਖੋ ਜੀ 1,000 ਰੁਪਏ ਦੀ ਗੱਲ ਕੀਤੀ ਸੀ ਕਿ ਅਸੀਂ ਫੀਮੇਲਸ ਦੇ ਲਈ ਦੇਵਾਂਗੇ, ਉਹਦੇ ਬਾਰੇ ਇਸ ਬਜਟ ਨੇ ਹਜੇ ਗੱਲ ਨਹੀਂ ਕੀਤੀ ਹੈ। ਪਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਰਕਾਰ ਉਹ ਆਪਣਾ ਜਿਹੜਾ ਸਰਕਾਰ ਨੇ ਪ੍ਰੋਮਿਸ ਕੀਤਾ ਸੀਗਾ ਲੋਕਾਂ ਦੇ ਨਾਲ ਵੀ ਜੇ ਅਸੀਂ ਪਾਵਰ ਦੇ ਵਿੱਚ ਆਵਾਂਗੇ ਤਾਂ ਫੀਮੇਲਸ ਨੂੰ ਅਸੀਂ 1,000 ਰੁਪਈਆ ਦੇਵਾਂਗੇ, ਜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਰਕਾਰ ਕਰਦੀ ਹੈ ਤਾਂ 15,600 ਕਰੋੜ ਰੁਪਈਏ ਦਾ ਕਰਜ਼ਾ ਸਰਕਾਰ ਦੇ ਉੱਤੇ, ਜਿਹੜਾ ਖਜ਼ਾਨੇ ਦੇ ਉੱਤੇ ਇਹਦਾ ਬੋਝ ਪੈ ਸਕਦਾ ਹੈ। ਐਗਜ਼ੈਕਟਲੀ। ਤੀਜੀ ਜਿਹੜੀ ਇਸ ਦੇ ਵਿੱਚ ਹੋਰ ਚੀਜ਼ ਹੈ, ਦੇਖੋ ਜਿਹੜੇ ਤੁਸੀਂ ਚੈਲੰਜ ਦੀ ਗੱਲ ਕੀਤੀ ਹੈ ਉਹ ਹੈਗਾ ਜੀ ਜਿਹੜੀ ਸੂਬਾਈ ਸਰਕਾਰਾਂ ਨੇ ਇਹ ਕਰਜ਼ਿਆਂ ਤੇ ਕੰਮ ਕਰਦੀਆਂ ਨੇ। ਆਪਾਂ ਇਹਦੀ ਗੱਲ ਅੱਗੇ ਜਾ ਕੇ ਹੋਰ ਵੀ ਕਰਾਂਗੇ ਕਰਜ਼ਿਆਂ ਦੇ ਉੱਤੇ। ਲੇਕਿਨ ਇਸ ਵੇਲੇ ਦੇਖੋ ਕਰਜ਼ਾ ਜਿਹੜਾ ਹੈ ਉਹ ਵੱਧ ਰਿਹਾ। ਆਪਾਂ ਦੇਖ ਰਹੇ ਹਾਂ ਵੀ ਕਰਜ਼ੇ ਜਿਸ ਦਰ ਦੇ ਉੱਤੇ ਸੂਬਾਈ ਸਰਕਾਰ ਨੂੰ ਕਰਜ਼ਾ ਮਿਲਦਾ ਉਹ ਵੱਧ ਰਿਹਾ। ਉਹ ਕਿਸੇ ਜ਼ਮਾਨੇ ਦੇ ਵਿੱਚ ਜਾਂ ਕਿਸੇ ਟਾਈਮ ਦੇ ਵਿੱਚ ਥੋੜੇ ਮਹੀਨੇ ਪਹਿਲਾਂ 7% ਸੀ, ਹੁਣ ਉਹ 8% ਹੋ ਰਿਹਾ। ਜੇ ਸਾਨੂੰ ਐਫਡੀ ਜਿਹੜੀ ਹੈ ਫਿਕਸ ਡਿਪੋਜ਼ਿਟ ਦੇ ਉੱਤੇ ਵਿਆਜ ਜਿਹੜਾ ਹੈ ਉਹ ਵੱਧ ਰਿਹਾ, ਤਾਂ ਦੂਜੇ ਪਾਸੇ ਜਿਹੜਾ ਲੈਣ ਵਾਲਾ ਹੈ ਪੈਸਾ, ਜਿਹਨੇ ਉਧਾਰ ਲੈਣਾ, ਜਿਹਦਾ ਸਰਕਾਰ ਨੇ ਉਧਾਰ ਲੈਣਾ, ਤਾਂ ਕੇਂਦਰ ਸਰਕਾਰ ਨੂੰ 7.5 ਤੋਂ ਪੌਣੇ 8% ਕੇਂਦਰ ਸਰਕਾਰ ਨੂੰ ਮਿਲ ਰਿਹਾ। ਪੰਜਾਬ ਸਰਕਾਰ ਦੀ ਕਿਉਂਕਿ ਸਾਖ ਟੁੱਟੀ ਹੋਈ ਹੈ ਤਾਂ ਇਹਨਾਂ ਨੂੰ 8% ਤੋਂ ਘੱਟ ਰੇਟ ਤੇ ਕਰਜ਼ਾ ਨਹੀਂ ਮਿਲਣਾ। ਇਹ ਵੀ ਇੱਕ ਚੈਲੰਜ ਹਰਪਾਲ ਚੀਮਾ ਜੀ ਦੇ ਸਾਹਮਣੇ ਸੀ। ਚੌਥਾ ਇੱਕ ਬਹੁਤ ਵੱਡੀ ਗੱਲ ਏਦਾਂ ਸੀ ਬਈ ਇੱਕ ਪਾਸੇ ਦੇਖੋ ਕੇਂਦਰ ਸਰਕਾਰ ਨੇ ਕੀ ਕੀਤਾ ਹੈ ਕਿ 1 ਲੱਖ ਕਰੋੜ ਰੁਪਏ ਦਾ ਭਾਰ ਆਪਣੇ ਉੱਤੇ ਲਿੱਤਾ ਜਦੋਂ ਮੋਦੀ ਸਾਹਿਬ ਨੇ 10 ਰੁਪਏ ਦੇ ਨਾਲ ਪੈਟਰੋਲ ਡੀਜ਼ਲ ਦੇ ਰੇਟ ਘਟਾਏ ਨੇ। ਉਹਦਾ ਭਾਰ ਜਿਹੜਾ ਕੇਂਦਰ ਸਰਕਾਰ ਤੇ 1 ਲੱਖ ਕਰੋੜ ਰੁਪਏ ਦਾ। ਉਸ ਦੇ ਨਾਲ ਹੀ ਦੋ ਚੀਜ਼ਾਂ ਹੋਰ ਜਿਹੜੀਆਂ ਮੁੱਖ ਤੌਰ ਤੇ ਕੇਂਦਰ ਦੇ ਉੱਤੇ ਭਾਰ ਵਧਾ ਰਹੀਆਂ ਨੇ ਔਰ ਜਿਹਦਾ ਅਸਿੱਧਾ ਅਸਰ ਜਿਹੜਾ ਪੰਜਾਬ ਦੇ ਉੱਤੇ ਆਉਣਾ, ਉਹਦੇ ਚ ਦੂਜੀ ਜਿਹੜੀ ਚੀਜ਼ ਹੈ ਫਰਟੀਲਾਈਜ਼ਰ, ਜਿਹੜਾ ਉਰਵਰਕ ਹੈ, ਜਿਹੜਾ ਫਰਟੀਲਾਈਜ਼ਰ ਹੈ, ਇਹਦੀ ਸਰਕਾਰ ਨੇ ਮਿੱਥਿਆ ਸੀਗਾ ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਆਪਣੇ ਫਰਵਰੀ ਦੇ ਵਿੱਚ ਵੀ 1 ਲੱਖ ਸਾਡਾ 50,000 ਕਰੋੜ ਰੁਪਈਆ ਖਰਚ ਹੋਏਗਾ। ਲੇਕਿਨ ਹਜੇ ਤੱਕ ਕੀ ਹੋਇਆ, ਰਸ਼ੀਆ ਯੂਕਰੇਨ ਦੀ ਜੰਗ ਦੇ ਕਾਰਨ ਉਹ ਸਰਕਾਰ ਰੇਟ ਜਿਹੜੇ ਆ ਫਰਟੀਲਾਈਜ਼ਰ ਦੇ ਵੱਧ ਗਏ ਆ, ਤਾਂ ਉਹਦੀ ਸਬਸਿਡੀ ਜਿਹੜੀ ਸਰਕਾਰ ਨੂੰ ਜ਼ਿਆਦਾ ਦੇਣੀ ਪਈ ਹੈ। ਤਾਂ ਉਹਦੇ ਕਰਕੇ ਕੇਂਦਰ ਸਰਕਾਰ ਉੱਤੇ ਜਿਹੜਾ ਕਰਜ਼ਾ ਹੈ ਉਹ 2,15,000 ਕਰੋੜ ਰੁਪਈਆ ਪਹੁੰਚ ਗਿਆ, ਯਾਨੀ 75,000 ਕਰੋੜ ਰੁਪਈਆ ਕੇਂਦਰ ਸਰਕਾਰ ਨੂੰ ਜ਼ਿਆਦਾ ਦੇਣਾ ਪੈ ਰਿਹਾ। ਓਕੇ। ਤੀਸਰੀ ਇਹਦੇ ਚ ਇੱਕ ਚੀਜ਼ ਹੋਰ ਜਿਹੜੀ ਆਉਂਦੀ ਹੈ ਉਹ ਹੈਗੀ ਹੈ ਬਈ ਜਿਹੜੀ ਫੂਡ ਸਬਸਿਡੀ ਹੈ, ਜਿਹੜੀ 80 ਕਰੋੜ ਲੋਕਾਂ ਨੂੰ ਕਣਕ ਤੇ ਝੋਨਾ ਜਿਹੜਾ ਸਰਕਾਰਾਂ ਦੇ ਰਹੀਆਂ ਨੇ, ਕੇਂਦਰ ਸਰਕਾਰ ਜਿਹੜਾ ਦੇ ਰਹੀ ਹੈ, ਉਹਦਾ ਵੀ ਜਿਹੜਾ ਜੰਗ ਦੇ ਕਾਰਨ ਅਸੀਂ ਦੇਖ ਰਹੇ ਹਾਂ ਵੀ ਕਣਕ ਦੀਆਂ ਕੀਮਤਾਂ ਜਿਹੜੀਆਂ ਨੇ, ਆਟੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤਾਂ ਉਹਦੇ ਕਰਕੇ ਵੀ ਕੇਂਦਰ ਸਰਕਾਰ ਉੱਤੇ ਜਿਹੜਾ ਬੋਝ ਹੈ ਉਹ ਜਿੰਨਾ ਉਹਨਾਂ ਨੇ ਮਿੱਥਿਆ ਸੀ 2,70,000 ਕਰੋੜ, ਉਹ ਮਾਰਚ ਤੱਕ 3,70,000 ਕਰੋੜ ਰੁਪਈਆ ਵੱਧ ਰਿਹਾ। ਮਤਲਬ ਕੁੱਲ ਮਿਲਾ ਕੇ ਜਿਹੜਾ ਹੈ ਵੀ ਕੇਂਦਰ ਦੇ ਉੱਤੇ 3 ਲੱਖ ਕਰੋੜ ਰੁਪਈਏ ਦਾ ਜਿਹੜਾ ਐਡੀਸ਼ਨਲ ਬਰਡਨ ਪੈ ਰਿਹਾ। ਹੁਣ ਉਹ 3 ਲੱਖ ਕਰੋੜ ਰੁਪਈਆ ਜੇ ਕੇਂਦਰ ਸਰਕਾਰ ਆਪਣਾ ਹੱਥ ਖਿੱਚ ਲੈਂਦੀ ਹੈ ਕਿਸੇ ਚੋਂ ਵੀ, ਔਰ ਬੜੀ ਮੁਮਕਿਨ ਹੈ ਇਹ ਚੀਜ਼ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਆਪਣਾ ਹੱਥ ਪਿੱਛੇ ਖਿੱਚ ਲਏਗੀ, ਤਾਂ ਉਹ ਸਟੇਟ ਜਿਹੜੀ ਗਵਰਨਮੈਂਟ ਹੈ, ਜਿਹੜੀ ਸੂਬਾਈ ਸਰਕਾਰ ਹੈ, ਉਹ ਚੀਜ਼ਾਂ ਚਾਹੇ ਉਹ 80 ਕਰੋੜ ਲੋਕਾਂ ਨੂੰ ਫਿਰ ਸਟੇਟਾਂ ਨੂੰ ਚੌਲ ਤੇ ਜਿਹੜਾ ਆਟਾ ਉਹ ਦੇਣਾ ਪਵੇ, ਜਾਂ ਉਹਨਾਂ ਨੂੰ ਫਰਟੀਲਾਈਜ਼ਰ ਦੇ ਉੱਤੇ ਸਬਸਿਡੀ ਦੇਣੀ ਪਵੇ, ਜਾਂ ਪੈਟਰੋਲ ਡੀਜ਼ਲ ਦੇ ਉੱਤੇ ਸਬਸਿਡੀ ਦੇਣੀ ਪਏ, ਇਹ ਸਟੇਟਾਂ ਦੇ ਉੱਤੇ ਭਾਰ ਆ ਕੇ ਡਿੱਗਣਾ ਹੈ। ਤਾਂ ਇਹ ਕੁਝ ਚੈਲੰਜ ਸੀਗੇ ਜਿਹੜੇ ਇਸ ਬਜਟ ਤੋਂ ਪਹਿਲੋਂ ਬਜਟ ਬਣਾਉਣ ਲੱਗੇ ਚੀਮਾ ਸਾਹਿਬ ਦੇ ਮੋਹਰੇ ਖੜੇ ਸਨ।
ਖੈਰ ਆਪਾਂ ਅੱਗੇ ਵਧਦੇ ਹਾਂ ਰਾਜੀਵ ਜੀ। ਅਸੀਂ ਬਜਟ ਦੇਖਦੇ ਹਾਂ ਤੇ ਬਜਟ ਦੇ ਉੱਤੇ ਤਰਜੀਹ ਦਿੱਤੀ ਜਾਂਦੀ ਹੈ ਜ਼ਿਆਦਾ ਐਜੂਕੇਸ਼ਨ ਨੂੰ, ਸਿਹਤ ਸੁਵਿਧਾਵਾਂ ਨੂੰ। ਤੇ ਕੀ ਸਮਝੀਏ ਕਿ ਇਹ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਇਹ ਬਜਟ ਬਣਾਇਆ ਗਿਆ ਹੈ। ਇਹ ਦੋ ਚੀਜ਼ਾਂ ਖਾਸ ਤੌਰ ਤੇ ਕੰਸੀਡਰ ਹੋਣਗੀਆਂ ਆਉਣ ਵਾਲੇ ਸਾਲ ਦੇ ਵਿੱਚ ਕਿ ਮਾਨ ਸਾਹਿਬ ਇਹ ਸਮਝਦੇ ਨੇ, ਮਾਨ ਸਾਹਿਬ ਦੀ ਸਰਕਾਰ ਇਹ ਸਮਝਦੀ ਹੈ ਕਿ ਸਿਹਤ ਸੁਵਿਧਾਵਾਂ ਤੇ ਸਿੱਖਿਆ ਪਹਿਲਾਂ ਇਹਨੂੰ ਮਜ਼ਬੂਤ ਕਰੀਏ, ਜੋ ਬੇਸਿਕ ਜ਼ਰੂਰਤਾਂ ਨੇ ਪੰਜਾਬ ਦੇ ਲੋਕਾਂ ਦੀਆਂ, ਤਾਂ ਫਿਰ ਅੱਗੇ ਵਧਾਂਗੇ। ਖੰਨਾ ਸਾਹਿਬ ਇਦਾਂ ਹੋਇਆ ਕਿ ਇਹਦੇ ਵਿੱਚ ਵੀ ਜਿਹੜੀ ਹੈ ਨਾ ਅੰਕੜਿਆਂ ਦੀ ਜਾਦੂਗਰੀ ਜ਼ਿਆਦਾ ਰਹੀ ਹੈ। ਅੱਛਾ। ਨੋ ਡਾਊਟ ਕਿ ਸਰਕਾਰ ਨੇ ਸਿਹਤ ਖੇਤਰ ਤੇ ਸਿੱਖਿਆ ਖੇਤਰ ਇਹਨਾਂ ਦੋਨਾਂ ਦੇ ਉੱਤੇ ਹੀ ਆਪਣਾ ਫੋਕਸ ਰੱਖਿਆ, ਪਰ ਉਹਦੇ ਚ ਵੀ ਮੈਂ ਤੁਹਾਨੂੰ ਦੱਸ ਰਿਹਾ ਵੀ ਅੰਕੜਿਆਂ ਦੀ ਜਾਦੂਗਰੀ ਜਿਹੜੀ ਹੈ ਉਹ ਵੱਧ ਰਹੀ ਹੈ। ਸਰਕਾਰ ਹਾਰਡ ਪ੍ਰੈਸਡ ਸੀ, ਜਿੱਦਾਂ ਆਪਾਂ ਪਿਛਲੇ ਸਵਾਲ ਦੇ ਵਿੱਚ ਗੱਲ ਕੀਤੀ ਹੈ ਵੀ ਪੈਸਾ ਨਹੀਂ ਸੀ ਸਰਕਾਰ ਦੇ ਕੋਲ, ਉਨੇ ਹੀ ਪੈਸਿਆਂ ਦੇ ਨਾਲ ਸਰਕਾਰ ਨੇ ਆਪਣਾ ਘਰ ਪੂਰਾ ਕਰਨਾ ਸੀ। ਤੁਸੀਂ ਇੱਕ ਛੋਟੀ ਜਿਹੀ ਮਿਸਾਲ ਦੇਖੋ, ਵਿੱਤ ਮੰਤਰੀ ਨੇ ਕਿਹਾ, ਉਹ ਕਹਿੰਦੇ ਕਿ 117 ਜਿਹੜੇ ਪਿੰਡੂ ਖੇਤਰ ਦੇ ਵਿੱਚ ਅਸੀਂ ਜਿਹੜੀਆਂ ਹੈਲਥ ਸਕੀਮਸ ਦੇ ਨਾਲ ਜਿਹੜਾ ਹੈ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਖੋਲਾਂਗੇ। ਹਾਂਜੀ। ਹੁਣ ਪੰਜਾਬ ਦੇ ਇਹ ਦਿੱਲੀ ਦੇ ਵਿੱਚ ਤਾਂ ਤੁਸੀਂ ਖੋਲ ਲਏ, ਦਿੱਲੀ ਇੱਕ ਛੋਟੀ ਸਟੇਟ ਹੈ। ਹੁਣ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ? 117 ਦੇ ਨਾਲ ਕੀ ਸਾਡਾ ਘਰ ਪੂਰਾ ਹੋ ਜਾਂਦਾ? ਬਿਲਕੁਲ ਸਰ। ਫਿਰ ਉਹ 117 ਦੀ ਤੁਸੀਂ ਸਿਲੈਕਸ਼ਨ ਕਿੱਦਾਂ ਕਰਨੀ ਹੈ? ਕਿਆ ਉਹ ਵੀ ਸੰਗਰੂਰ ਵਾਂਗਰ ਹੀ ਕਰਨੀ ਹੈ ਵੀ ਜਿੱਦਾਂ ਸਟੇਡੀਅਮ ਤੇ ਇੱਕ ਉਹ ਦੇਤਾ ਸੰਗਰੂਰ ਨੂੰ, ਇੱਕ ਜਿਹੜਾ ਇੱਕ ਸਟੇਡੀਅਮ ਦਿੱਤਾ ਔਰ ਇੱਕ ਯੂਨੀਵਰਸਿਟੀ ਦਿੱਤੀ, ਇੱਕ ਐਜੂਕੇਸ਼ਨ ਸੈਕਟਰ ਦਾ ਕੋਈ ਦਿੱਤਾ? ਕਿਆ ਅਸੀਂ ਫਿਰ ਉੱਥੇ ਵੀ ਪਿਕ ਐਂਡ ਚੂਜ਼ ਇਦਾਂ ਹੀ ਕਰਾਂਗੇ ਵੀ ਜਿੱਥੋਂ ਦੀ ਸਾਡੇ ਚੀਫ ਮਿਨਿਸਟਰ ਸਾਹਿਬ ਆਉਂਦੇ ਅਸੀਂ ਉੱਥੇ ਦੇ ਦਈਏ, ਜਾਂ ਉਹਦੀ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਸਿਲੈਕਸ਼ਨ ਕਰਨੀ ਹੈ ਨਹੀਂ ਪਤਾ। ਤਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ, ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਸਕੂਲਾਂ ਦੇ ਵਿੱਚ 15,000 ਸਕੂਲਾਂ ਦੇ ਵਿੱਚ ਸੋਲਰ ਸਿਸਟਮਸ ਲਾਵਾਂਗੇ। ਤੁਸੀਂ ਮੈਨੂੰ ਦੱਸੋ ਵੀ 15 ਜਿੰਨੀ ਉਹਨਾਂ ਨੇ ਉਹਦੇ ਲਈ ਐਲੋਕੇਸ਼ਨ ਦਿੱਤੀ ਹੈ, ਮੈਂ ਅੰਦਾਜ਼ਾ ਲਾ ਰਿਹਾ ਸੀ, ਉਹਨੂੰ ਕੈਲਕੂਲੇਟ ਕਰਕੇ ਦੇਖ ਰਿਹਾ ਸੀ, 60 ਤੋਂ 65,000 ਕਰੋੜ ਰੁਪਈਆ ਇੱਕ ਸਕੂਲ ਨੂੰ ਮਿਲਦਾ। ਤੁਸੀਂ ਦੱਸੋ ਵੀ 60,000 ਕਰੋੜ ਦਾ ਕਿਹੜਾ ਸੋਲਰ ਸਿਸਟਮ ਹੈ? ਕਿੰਨੇ ਵਾਟ ਦਾ ਉਹ ਸੋਲਰ ਸਿਸਟਮ ਹੈ? ਉਹ ਤਾਂ 3 ਕਮਰੇ ਨਹੀਂ ਸਕੂਲ ਦੀਆਂ ਬਿਜਲੀਆਂ ਜਗਨੀਆਂ। ਤੇ ਹਾਊ ਇਜ਼ ਇਟ ਪੋਸੀਬਲ? ਇਹ ਨੰਬਰਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਨਾ, ਨੰਬਰਾਂ ਦੀ ਜਿਹੜੀ ਜਾਦੂਗਰੀ ਹੈ ਉਹ ਜ਼ਿਆਦਾ ਹੈ, ਮਾਰਕੀਟਿੰਗ ਵਾਲਾ ਪੱਖ ਜ਼ਿਆਦਾ ਰੱਖਿਆ ਹੋਇਆ, ਕਿਉਂਕਿ ਦ ਸਟੇਟ ਵਾਸ ਹਾਰਡ ਪ੍ਰੈਸ, ਸਟੇਟ ਕੋਲ ਫਾਈਨੈਂਸ਼ੀਅਲ ਕੰਸਟ੍ਰੇਂਟ ਸੀਗਾ। ਜਿਹੜੀ ਜਦੋਂ ਅਸੀਂ ਹਰਪਾਲ ਸਿੰਘ ਚੀਮਾ ਜੀ ਦੀ ਓਪਨਿੰਗ ਸਪੀਚ ਜਾਂ ਓਪਨਿੰਗ ਰਿਮਾਰਕਸ ਸਪੀਚ ਦੇ ਸੁਣਦੇ ਆ, ਉੱਥੇ ਉਹਨਾਂ ਨੇ ਇਹ ਗੱਲ ਨੂੰ ਬਿਲਕੁਲ ਐਡਮਿਟ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਜੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਸਟੇਟ ਦੇ ਉੱਤੇ ਕਰਜ਼ਾ ਜ਼ਿਆਦਾ ਚੜਾਈ ਰੱਖਿਆ, ਇਸ ਕਰਕੇ ਮੈਂ ਕਰਜ਼ਿਆਂ ਨੂੰ ਵੀ ਲਾਉਣਾ, ਮੈਂ ਸਟੇਟ ਦੇ ਰੈਵਨਿਊਜ਼ ਨੂੰ ਵੀ ਦੇਖਣਾ, ਮੈਂ ਖਰਚਿਆਂ ਨੂੰ ਵੀ ਦੇਖਣਾ। ਉਹਨਾਂ ਨੇ ਸਾਰੇ ਐਂਗਲਸ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ। ਤਾਂ ਇਸ ਕਰਕੇ ਉਹਨਾਂ ਦੇ ਕੋਲ ਬਹੁਤਾ ਜ਼ਿਆਦਾ ਕੋਈ ਕਰਨ ਦੇ ਲਈ ਕੰਮ ਨਹੀਂ ਸੀ ਜਿਹੜਾ ਉਹ ਕਰ ਸਕਦੇ ਆ। ਮੋਰ ਓਵਰ ਜਦੋਂ ਅਸੀਂ ਇੱਕ ਕਦਮ ਹੋਰ ਅੱਗੇ ਚੱਲਦੇ ਹਾਂ, ਦੇਖੋ ਜੇ ਉਹਨਾਂ ਨੇ ਪੈਸਾ ਦਿੱਤਾ ਵੀ ਹੈ, ਪਹਿਲਾਂ ਤਾਂ ਜਦੋਂ ਇਹਦੇ ਮੈਂ ਐਨਾਲਿਸਿਸ ਕਰ ਰਿਹਾ ਸਾਂ ਬਜਟ ਦਾ, ਤਾਂ ਮੈਨੂੰ ਤਾਂ ਇਹ ਨਜ਼ਰ ਆਇਆ ਵੀ ਪਿਛਲੇ ਸਾਲ ਦੇ ਨਾਲੋਂ 6,000 ਕਰੋੜ ਰੁਪਈਆ ਜੀ ਚੀਮਾ ਸਾਹਿਬ ਨੇ ਜ਼ਿਆਦਾ ਦਿੱਤਾ। ਕੁੱਲ ਮਿਲਾ ਕੇ 6,000 ਕਰੋੜ ਰੁਪਈਆ ਜੋ ਪਿਛਲੇ ਸਾਲ ਦਾ ਬਜਟ ਐਸਟੀਮੇਟ ਸੀਗੇ ਔਰ ਜੋ ਐਕਚੁਅਲ ਇਹਨਾਂ ਨੇ ਖਰਚਾ ਕੀਤਾ ਜੀ, ਉਹਦੇ ਹਿਸਾਬ ਦੇ ਨਾਲ ਰਿਵਾਈਜ਼ਡ ਐਸਟੀਮੇਟਸ ਔਰ ਬਜਟਡ ਐਸਟੀਮੇਟਸ ਦੇ ਹਿਸਾਬ ਨਾਲ ਸਿਰਫ 6,000 ਕਰੋੜ ਰੁਪਈਆ ਜ਼ਿਆਦਾ ਲੱਗਾ। ਪਹਿਲੀ ਚੀਜ਼, 6,000 ਕਰੋੜ ਦੇ ਵਿੱਚੋਂ ਦੀ ਵੀ ਉਹ ਵੀ 6,000 ਕਰੋੜ ਬੜਾ ਹਿਸਾਬ ਦੇ ਨਾਲ ਇਹਨਾਂ ਨੇ ਕੱਢਿਆ। 1,000 ਕਰੋੜ ਰੁਪਈਆ ਜਿਹੜਾ ਹੈ ਇਹ ਘੱਟ ਮੋੜ ਰਹੇ ਆ, ਜਿੱਦਾਂ ਪਿਛਲੀ ਸਰਕਾਰ ਨੇ ਜੇ 16,000 ਕਰੋੜ ਰੁਪਈਆ ਜਿਹੜੇ ਪੁਰਾਣੇ ਕਰਜ਼ਿਆਂ ਦੇ ਲਈ ਮੋੜਨਾ ਸੀ, ਤਾਂ ਇਹ ਸਰਕਾਰ ਜਿਹੜੀ ਹੈ 15,000 ਕਰੋੜ ਰੁਪਈਆ ਮੋੜ ਰਹੀ ਹੈ। ਯਾਨੀ ਕਿ ਉਹ 1,000 ਕਰੋੜ ਰੁਪਈਆ ਉੱਥੋਂ ਕੱਢ ਕੇ ਲੋਕਾਂ ਦੇ ਲਈ ਲਾਤਾ। ਇਸੇ ਤਰੀਕੇ ਦੇ ਨਾਲ ਜਿਹੜਾ ਕੈਪੀਟਲ ਇਨਵੈਸਟਮੈਂਟ ਹੈ, ਜਿਹੜੀ ਗੱਲ ਕੀਤੀ ਵੀ ਅਸੀਂ ਮੁਹੱਲਾ ਕਲੀਨਿਕ ਬਣਾਉਣੇ, ਅਸੀਂ ਸਟੇਡੀਅਮ ਬਣਾਉਣੇ, ਅਸੀਂ ਯੂਨੀਵਰਸਿਟੀਆਂ ਬਣਾਉਣੀਆਂ, ਜਾਂ ਜੋ ਵੀ ਅਸੀਂ ਕੰਮ ਕਰਨੇ ਆ, ਉਹਦੇ ਵਿੱਚ ਜਿੰਨੀ ਵੀ ਉਸਾਰੀ ਦਾ ਕੰਮ ਹੋਣਾ ਉਹਦੇ ਵਾਸਤੇ ਸਿਰਫ ਪਿਛਲੇ ਸਾਲ ਨਾਲੋਂ 1,000 ਕਰੋੜ ਰੁਪਈਆ ਜ਼ਿਆਦਾ ਦਿੱਤਾ। ਉਹ 10,000 ਕਰੋੜ ਦੇ ਕੇ ਗਏ ਸੀ, ਇਹਨਾਂ ਨੇ 10,900 ਕਰੋੜ ਰੁਪਈਆ ਰੱਖਿਆ ਇਸ ਸਰਕਾਰ ਨੇ। ਤਾਂ ਕਿਤੇ ਨਾ ਕਿਤੇ ਗਿਵ ਐਂਡ ਟੇਕ ਰਿਹਾ। ਇਹਨਾਂ ਪੈਸੇ ਜਿਹੜੇ ਸੀ ਉਧਰੋਂ ਇੱਕ ਹੈਡ ਚੋਂ ਕੱਢੇ ਆ, ਦੂਸਰੇ ਹੈਡ ਚ ਪਾਏ ਨੇ।
ਤਾਂ ਐਜੂਕੇਸ਼ਨ ਔਰ ਜਿਹੜਾ ਸਿਹਤ ਖੇਤਰ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਐਲੋਕੇਸ਼ਨ ਕੀਤੀ ਹੈ, ਉਹਦੇ 'ਚ ਬਹੁਤ ਜ਼ਿਆਦਾ ਹੱਦ ਤੱਕ ਮਾਰਕੀਟਿੰਗ ਦਾ ਵੀ ਕੰਮ ਹੈ। ਸੋ ਇਸ ਦਾ ਮਤਲਬ ਹੈ ਕਿ ਰਾਜੀਵ ਜੀ ਜੋ ਕੁਝ ਜੇਬ ਦੇ ਵਿੱਚ ਹੈ ਉਹਨੂੰ ਸਮਾਰਟਲੀ ਕਿੱਦਾਂ ਯੂਜ਼ ਕਰ ਸਕਦੇ ਹਾਂ, ਉਹ ਚੀਜ਼ ਇਹਨਾਂ ਨੇ ਇਸ ਬਜਟ ਦੇ ਵਿੱਚ ਕੀਤੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਬੈਸਟ ਯੂਜ਼ ਆਫ ਮਟੀਰੀਅਲ ਅਵੇਲੇਬਲ। ਸੋ ਇਸ ਤਰ੍ਹਾਂ ਇਹਨਾਂ ਨੇ ਬਜਟ ਨੂੰ ਡਿਜ਼ਾਈਨ ਕੀਤਾ। ਸੋ ਪਲੀਜ਼ ਐਕਸਪਲੇਨ ਕਰੋ ਤੁਸੀਂ ਇਸ ਚੀਜ਼ ਨੂੰ। ਮੈਂ ਥੋੜਾ ਜਿਹਾ ਸਰ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਇਹਦੇ ਵਿੱਚ ਅੰਕੜਿਆਂ ਦੇ ਹਿਸਾਬ ਦੇ ਨਾਲ ਸਮਝਾਉਣਾ ਚਾਹੁੰਦਾ, ਜਿਸ ਤਰ੍ਹਾਂ ਦੇ ਅੰਕੜੇ ਸਰਕਾਰ ਨੇ ਪੇਸ਼ ਕੀਤੇ ਨੇ ਬਜਟ ਦੇ ਵਿੱਚ। ਦੇਖੋ, ਪਹਿਲੀ ਚੀਜ਼ ਤਾਂ ਹੈ ਵੀ ਸਰਕਾਰ ਦੀ ਜਿਹੜੀ ਰਿਲਾਇੰਸ ਹੈ, ਜਿਹੜੀ ਇਹਨਾਂ ਦੀ ਡਿਪੈਂਡੈਂਸ ਹੈ ਕੇਂਦਰ ਸਰਕਾਰ ਦੇ ਉੱਤੇ, ਉਹ ਆਲਮੋਸਟ ਉਨੀ ਹੈ ਜਿੰਨੀ ਪਿਛਲੀਆਂ ਸਰਕਾਰਾਂ ਦੀ ਸੀ ਜੀ। ਇਹਨਾਂ ਨੇ ਆਪਣੇ ਬਜਟ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉਸ ਡਿਪੈਂਡੈਂਸ ਨੂੰ ਖਤਮ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਉਹ ਹੁਣ ਕਿੱਦਾਂ ਪਤਾ ਲੱਗਦਾ? ਦੇਖੋ, ਇੱਕ ਤਾਂ ਹੁੰਦਾ ਸੀ ਆਪਣੇ ਜਿਹੜੇ ਸੋਰਸਸ ਨੇ ਉੱਥੋਂ ਪੈਸਾ ਇਕੱਠਾ ਕਰਨਾ। ਹਾਂਜੀ, ਇਹ ਸਰਕਾਰ ਹੈ ਇਹ ਕਹਿੰਦੀ ਹੈ, ਜਦੋਂ ਅਸੀਂ ਰੈਵਨਿਊ ਐਸਟੀਮੇਟਸ ਦੇਖਦੇ, ਰੈਵਨਿਊ ਐਸਟੀਮੇਟਸ ਕੀ ਹੁੰਦੇ ਆ? ਰੈਵਨਿਊ ਦਾ ਮਤਲਬ ਜਿਹੜਾ ਬਾਰ-ਬਾਰ ਖਰਚਾ ਹੋਣਾ ਜਾਂ ਜਿਹੜਾ ਬਾਰ-ਬਾਰ ਪੈਸਾ ਆਉਣਾ, ਤੁਹਾਡੇ ਔਰ ਮੇਰੇ ਤੇ ਬਾਰ-ਬਾਰ ਟੈਕਸ ਲੱਗਣਾ, ਉਹ ਰੈਵਨਿਊ ਰਿਸਿਪਟ ਹੋ ਗਈ। ਜਿਹੜੀਆਂ ਸਾਨੂੰ ਤਨਖਾਹਾਂ ਮਿਲਣੀਆਂ ਬਾਰ-ਬਾਰ, ਉਹ ਸਰਕਾਰ ਵੱਲੋਂ ਰੈਵਨਿਊ ਐਕਸਪੈਂਡੀਚਰ ਹੋ ਗਿਆ। ਹੁਣ ਜਿਹੜਾ GST ਲੱਗਾ, ਸਟੈਂਪ ਡਿਊਟੀ ਲੱਗੀ, ਟੈਕਸ ਔਨ ਵਹੀਕਲਸ ਹੋਏ, ਇਹ ਸਾਰੀਆਂ ਜਿਹੜੀਆਂ ਨੇ ਇਹ ਸਰਕਾਰ ਦੇ ਲਈ ਰੈਵਨਿਊ ਰਿਸਿਪਟਸ ਹੈ। ਬਾਰ-ਬਾਰ ਪੈਸਾ ਸਰਕਾਰ ਇਹਨਾਂ ਚੋਂ ਅਰਜਤ ਕਰਦੀ। ਸੋ ਰਾਜੀਵ ਜੀ, ਇਹ ਤੇ ਸੇਮ ਗੱਲ ਹੋ ਗਈ ਨਾ ਕਿ ਕ੍ਰੈਡਿਟ ਐਂਡ ਡੈਬਿਟ ਇਸੇ ਚੀਜ਼ ਨੂੰ ਲੈ ਕੇ ਚੱਲਦੇ ਨੇ ਜੋ ਬੇਸਿਕ ਹੈ ਅਕਾਊਂਟਸ ਦਾ ਜੀ। ਹੁਣ ਸਰਕਾਰ ਦੇਖੋ ਜੀ, ਸਰਕਾਰ ਦੇ ਆਪਣੇ ਜਿਹੜੇ ਵਸੀਲੇ ਨੇ ਜਿੱਥੋਂ ਸਰਕਾਰ ਪੈਸਾ ਕੱਢ ਸਕਦੀ ਹੈ, ਉਹ ਸਰਕਾਰ ਕਹਿੰਦੀ ਅਸੀਂ 54%, 54.4% ਅਸੀਂ ਆਪ ਪੈਸਾ ਅਰਜਤ ਕਰਾਂਗੇ, ਔਰ ਬਾਕੀ ਸਾਰਾ ਜਿਹੜਾ 46-47% ਹੈ ਉਹ ਪੈਸਾ ਸਾਨੂੰ ਕੇਂਦਰ ਸਰਕਾਰ ਮੁਹੱਈਆ ਕਰਵਾਏਗੀ। ਯਾਨੀ ਕਿ ਸਾਡੀ ਡਿਪੈਂਡੈਂਸ ਜਿਹੜੀ ਹੈ ਕੇਂਦਰ ਸਰਕਾਰ ਤੇ ਉਹ ਵੱਧ ਰਹੀ ਹੈ। ਪਿਛਲੀਆਂ ਸਰਕਾਰਾਂ ਤਕਰੀਬਨ 53 ਤੋਂ 54% ਲੈਂਦੀਆਂ ਸੀਗੀਆਂ ਆਪਣਾ, ਔਰ 46-47-48% ਉਹ ਵੀ ਕੇਂਦਰ ਸਰਕਾਰ ਦੇ ਉੱਤੇ ਡਿਪੈਂਡੈਂਟ ਸੀਗੀਆਂ। ਹੁਣ ਸਮੱਸਿਆ ਇਹ ਨਹੀਂ ਹੈ ਕਿ ਇਹ ਸਰਕਾਰ ਡਿਪੈਂਡੈਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਸਮੱਸਿਆ ਇਹ ਹੈ, ਇੱਕ ਇਹਨਾਂ ਨੂੰ ਵਿਆਜ ਮਹਿੰਗੇ ਤੇ ਮਿਲਣਾ, ਦੂਜਾ ਜਦੋਂ ਇਹਨਾਂ ਨੂੰ ਮਹਿੰਗੇ ਵਿਆਜ ਤੇ ਕਰਜ਼ੇ ਮਿਲਣੇ, ਕੇਂਦਰ ਸਰਕਾਰ ਨੇ ਵੀ ਅੜ ਜਾਣਾ ਉੱਥੇ। ਕੇਂਦਰ ਸਰਕਾਰ ਆਪਣੀਆਂ ਕੰਡੀਸ਼ਨਸ ਲੈ ਕੇ ਆਏਗੀ। ਜਿਹੜਾ ਹੈਲਥ ਸੈਕਟਰ ਦੇ ਉੱਤੇ ਇਹਨਾਂ ਨੇ ਖਰਚਾ ਕੀਤਾ ਹੈਗਾ, ਉਹ ਕੇਂਦਰ ਸਰਕਾਰ ਨੇ ਕਿਹਾ ਸੀ। ਜਿਹੜਾ ਫਾਈਨਾਂਸ ਕਮਿਸ਼ਨ ਹੈ ਕੇਂਦਰ, 15ਵਾਂ ਜਿਹੜਾ ਫਾਈਨਾਂਸ ਕਮਿਸ਼ਨ ਹੈ, ਉਹਨੇ ਇਹ ਗੱਲ ਬੜੇ ਸਪਸ਼ਟ ਤੌਰ ਤੇ ਉਜਾਗਰ ਕੀਤੀ ਹੈ ਕਿ ਜਿਹੜੀਆਂ ਸੂਬਾਈ ਸਰਕਾਰਾਂ ਨੇ ਇਹਨਾਂ ਨੂੰ ਪੈਸਾ ਜਾਂ ਇਹਨਾਂ ਨੂੰ ਗ੍ਰਾਂਟਸ ਉਦੋਂ ਮਿਲਣੀ ਹੈ, ਜ਼ਿਆਦਾ ਗ੍ਰਾਂਟ ਉਦੋਂ ਮਿਲੇਗੀ ਨਾਰਮਲ ਦੇ ਨਾਲੋਂ, ਜੇ ਇਹ ਉਹ ਸਕੀਮਾਂ ਲਾਗੂ ਕਰਨਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਲਾਗੂ ਕਰਦੀ ਰਹੀ ਹੈ ਹੁਣ ਤੱਕ। ਆਯੁਸ਼ਮਾਨ ਭਾਰਤ ਕੇਂਦਰ ਸਰਕਾਰ ਨੇ ਲਾਗੂ ਕੀਤੀ ਸੀ, ਉਹ ਉਨੀ ਜ਼ਿਆਦਾ ਹਿੱਟ ਨਹੀਂ ਹੋਈ ਸਕੀਮ ਜਿੰਨੀ ਹੋਣੀ ਚਾਹੀਦੀ ਸੀ। ਉਹਦੀਆਂ ਫਿਰ ਆਪਾਂ ਉਹਦੇ ਕਿਸੇ ਵੇਲੇ ਡਿਸਕਸ਼ਨ ਕਰ ਲਾਂਗੇ, ਉਹਦੀਆਂ ਆਪਣੀਆਂ ਕੰਸਟ੍ਰੇਂਟਸ ਰਹੀਆਂ ਨੇ। ਹੁਣ ਜਿਹੜੀ ਕੇਂਦਰ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਸਟੇਟ ਸਰਕਾਰਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਪੈਸਾ ਜਿਹੜਾ ਹੈ ਪਾਉਣ। ਇਸ ਕਰਕੇ ਸਿਹਤ ਖੇਤਰ ਵੱਲ ਨੂੰ ਇਸ ਸਰਕਾਰ ਦਾ ਰੁਝਾਨ ਜ਼ਿਆਦਾ ਰਿਹਾ। ਇਦਾਂ ਹੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਡਿਫੈਂਸ ਹੈ, ਡਿਫੈਂਸ ਦੇ ਵਿੱਚ, ਕਿਉਂਕਿ ਡਿਫੈਂਸ 'ਚ ਸਟੇਟ ਦਾ ਸਬਜੈਕਟ ਨਹੀਂ ਹੈ, ਸੈਂਟਰ ਦਾ ਸਬਜੈਕਟ ਹੈ, ਲੇਕਿਨ ਡਿਫੈਂਸ ਦੇ ਵਿੱਚ ਵੀ ਸਟੇਟ ਸਰਕਾਰਾਂ ਜਿਹੜੀਆਂ ਨੇ ਉਹ ਕੋਈ ਨਾ ਕੋਈ ਪੈਸਾ ਪਾਉਣ, ਕੰਟਰੀਬਿਊਸ਼ਨ ਕਰਨ। ਤਾਂ ਉਹਦੇ ਉੱਤੇ ਵੀ ਜਿਹੜਾ ਉਹ ਇਦਾਂ ਦੀਆਂ ਕੰਡੀਸ਼ਨਸ ਲੱਗ ਕੇ ਉਹ ਪੈਸਾ ਮਿਲੇਗਾ। ਤਾਂ ਇਹ ਬਜਟ ਦੇ ਵਿੱਚ ਚੀਮਾ ਸਾਹਿਬ ਨੇ ਇਸ ਚੀਜ਼ ਨੂੰ ਐਡਰੈਸ ਨਹੀਂ ਕੀਤਾ ਵੀ ਅਸੀਂ ਆਪਣੇ ਵਸੀਲੇ ਕਰੀਏ, ਅਸੀਂ ਆਪਣੇ ਇਦਾਂ ਦੇ ਐਵੀਨਿਊਜ਼, ਇਦਾਂ ਦੇ ਆਲਟਰਨੇਟਿਵਸ ਅਡਾਪਟ ਕਰੀਏ, ਇਦਾਂ ਦਾ ਕੰਮ ਕਰੀਏ ਜਿਹਦੇ ਨਾਲ ਪੈਸਾ ਜ਼ਿਆਦਾ। ਮਾਈਨਿੰਗ ਦੇ ਵਿੱਚੋਂ ਉਦੋਂ ਕਹਿੰਦੇ ਸੀ 20,000 ਕਰੋੜ ਰੁਪਈਆ ਆ ਜਾਏਗਾ ਜਦੋਂ ਇਲੈਕਸ਼ਨਾਂ ਆਉਣੀਆਂ ਸੀਗੀਆਂ। ਰੇਤ ਮਾਫੀਆ ਖਤਮ ਕਰਾਂਗੇ ਅਸੀਂ, ਇਹ ਜਿਹੜਾ ਮਾਫੀਆ ਰਾਜ ਖਤਮ ਹੋਏਗਾ, ਸ਼ਰਾਬ ਦਾ ਮਾਫੀਆ ਖਤਮ ਹੋਏਗਾ, ਉਹਦੇ ਚੋਂ ਬੜਾ ਪੈਸਾ ਜਨਰੇਟ ਹੋਏਗਾ। ਉਹਨਾਂ ਪੈਸਾ ਨਹੀਂ ਜਨਰੇਟ ਹੋਇਆ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰੋਜੈਕਸ਼ਨਸ ਕੀਤੀਆਂ ਸੀ, ਉਸ ਤਰੀਕੇ ਨਾਲ ਪ੍ਰੋਜੈਕਸ਼ਨਸ ਦੇ ਹਿਸਾਬ ਨਾਲ ਪੈਸਾ ਨਹੀਂ ਇਕੱਠਾ ਹੋ ਰਿਹਾ। ਇਹ ਬਜਟ ਇਹ ਚੀਜ਼ ਨੂੰ ਦਰਸਾਉਂਦਾ ਹੈ, ਔਰ ਕੇਂਦਰ ਸਰਕਾਰ ਦੇ ਉੱਤੇ ਇਹਨਾਂ ਦੀ ਰਿਲਾਇੰਸ ਉਨੀ ਹੀ ਬਣੀ ਹੋਈ ਹੈ ਜਿੰਨੀ ਪਿਛਲੀਆਂ ਸਰਕਾਰਾਂ ਦੀ ਸੀ। ਸੋ ਨਥਿੰਗ ਨਿਊ, ਓਲਡ ਵਾਈਨ ਨਿਊ ਬੋਟਲ। ਜੀ। ਸੋ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ
ਕਿ ਬੈਟਰ ਕੀ ਹੋ ਸਕਦਾ ਸੀ। ਆਪਾਂ ਹੁਣ ਜੋ ਗੱਲ ਕਰ ਰਹੇ ਹਾਂ, ਠੀਕ ਹੈ, ਇੱਕ ਤਰ੍ਹਾਂ ਨਾਲ ਕ੍ਰਿਟਿਸਿਜ਼ਮ ਹੈ, ਐਨਾਲਿਸਿਸ ਆ, ਬੈਟਰ ਕੀ ਹੋ ਸਕਦਾ ਸੀ। ਐਜ਼ ਐਨ ਇਕਨੋਮਿਸਟ ਤੁਸੀਂ ਕੀ ਸਮਝਦੇ ਹੋ? ਬੈਟਰ ਦੋ ਚੀਜ਼ਾਂ ਹੋ ਸਕਦੀਆਂ ਸੀ ਸਰ, ਜਿਹੜੀ ਮੇਰੀ ਸਮਝ ਦੇ ਨਾਲ ਇੱਕਦਮ ਜੋ ਸਾਹਮਣੇ ਨਜ਼ਰ ਆਉਂਦਾ ਐਬਰਪਟਲੀ ਇਸ ਬਜਟ ਦੇ ਦਸਤਾਵੇਜ਼ ਅਜੇ ਜਿੰਨਾ ਕੁ ਅਸੀਂ ਦੇਖੇ ਆ। ਪਹਿਲੀ ਚੀਜ਼ ਤਾਂ ਹੈ ਵੀ ਇਹਨਾਂ ਨੂੰ ਕੈਪੀਟਲ ਇਨਵੈਸਟਮੈਂਟ ਦੇ ਉੱਤੇ ਪੈਸਾ ਜ਼ਿਆਦਾ ਖਰਚਣਾ ਚਾਹੀਦਾ ਸੀ। ਕੈਪੀਟਲ ਇਨਵੈਸਟਮੈਂਟ ਦਾ ਮਤਲਬ ਹੈ ਲੋਕਾਂ ਦੇ ਉੱਤੇ ਪੈਸਾ, ਜਿਹੜਾ ਉਸਾਰੀ ਦਾ ਕੰਮ ਹੈ, ਜਿੱਥੋਂ ਨੌਕਰੀਆਂ ਜਨਰੇਟ ਹੋ ਸਕਦੀਆਂ ਸੀ, ਪਬਲਿਕ ਸੈਕਟਰ ਯੂਨਿਟਸ ਲਾਉਂਦੇ ਜ਼ਿਆਦਾ ਤੋਂ ਜ਼ਿਆਦਾ। ਐਗਰੋ ਪ੍ਰੋਸੈਸਿੰਗ ਇਦਾਂ ਦਾ ਇੱਕ ਏਰੀਆ ਸੀ ਜਿੱਥੇ ਇੰਡਸਟਰੀਆਂ ਸਰਕਾਰ ਆਪ ਲਾਉਂਦੀ। ਪੰਜਾਬ ਐਗਰੋ ਨੂੰ ਪੰਜਾਬ ਐਗਰੋ ਕੁਡ ਹੈਵ ਬੀਨ ਇਨਸਟਰੂਮੈਂਟਲ ਇਨ ਦੈਟ। ਪੰਜਾਬ ਐਗਰੋ ਨੂੰ ਖੜਾ ਕਰਕੇ ਉਹਦੇ ਥਰੂ ਹੋਰ ਕੋਈ ਇਦਾਂ ਦਾ ਹਿਸਾਬ ਕਰਦੇ ਜਿਹਦੇ ਨਾਲ ਪੈਸਾ ਜਿਹੜਾ ਹੈ ਜਨਰੇਟ ਹੁੰਦਾ, ਸਰਕਾਰ ਦੇ ਕੋਲ ਟੈਕਸਾਂ ਤੋਂ ਪੈਸਾ ਆਉਂਦਾ, ਲੋਕਾਂ ਨੂੰ ਨੌਕਰੀਆਂ ਦਿੰਦੇ। ਉਹ ਆਉਣ ਵਾਲੇ ਟਾਈਮ 'ਚ, ਉਹ ਲੰਬੇ ਟਾਈਮ ਦੇ ਵਿੱਚ, ਲੰਬੇ ਦੌਰ ਦੇ ਵਿੱਚ ਉਸ ਚੀਜ਼ ਨੇ ਹੈਲਪ ਕਰਨੀ ਸੀ ਸਰਕਾਰ ਦੀ। ਉਸ ਦੇ ਨਾਲ ਹੋਣਾ ਕੀ ਸੀ, ਜਿਸ ਤਰੀਕੇ ਦਾ ਨਾ ਇਹਨਾਂ ਨੇ ਇੱਕ ਸਟੈਪ ਬੜਾ ਅੱਛਾ ਲਿੱਤਾ ਵੀ ਮੂੰਗ ਦੀ ਜਿਹੜੀ ਹੈ ਦਾਲ ਦੇ ਉੱਤੇ, ਉਹਦੇ ਉੱਤੇ MSP ਦੇਣਾ ਸ਼ੁਰੂ ਕੀਤਾ। ਉਹ ਇੱਕ ਡਾਈਵਰਸੀਫਿਕੇਸ਼ਨ ਵੱਲ ਨੂੰ ਇੱਕ ਕਦਮ ਹੈ ਕਿ ਲੋਕ ਝੋਨੇ ਔਰ ਕਣਕ ਜਿਹੜੀ ਹੈ ਸਾਡੀ ਕਿਸਾਨੀ ਉੱਥੋਂ ਦੀ ਪਰੇ ਨਿਕਲੇ, ਔਰ ਜਿਹੜਾ ਕਿਸਾਨੀ ਦੀਆਂ ਪ੍ਰੋਬਲਮਸ ਨੇ, ਜਿਹੜੇ ਉਹਨਾਂ ਉੱਤੇ ਕਰਜ਼ੇ ਚੜੇ ਆ, ਜਿਹੜਾ ਜ਼ਿਆਦਾ ਇਨਸੈਕਟੀਸਾਈਡ, ਪੈਸਟੀਸਾਈਡ, ਫਰਟੀਲਾਈਜ਼ਰ ਯੂਜ਼ ਹੁੰਦਾ ਹੈ, ਜਿਹੜਾ ਗਰਾਊਂਡ ਵਾਟਰ ਥੱਲੇ ਰਿਪਲੈਨਿਸ਼ਮੈਂਟ ਨਹੀਂ ਹੋ ਰਹੀ ਹੈ, ਉਹ ਸਾਰੀਆਂ ਜਿਹੜੀਆਂ ਉਹਦੀਆਂ ਪ੍ਰੋਬਲਮਸ ਆ ਉਹ ਠੀਕ ਹੋਣ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਐਗਰੋ ਇੰਡਸਟਰੀਜ਼ ਲਗਾਉਂਦੇ ਔਰ ਸਰਕਾਰ ਆਪ ਲਾਉਂਦੀ ਤਾਂ ਉਹਦੇ ਨਾਲ ਕੀ ਹੋਣਾ ਸੀ, ਚਾਹੇ ਉਹ ਫਰੂਟ ਹੈ, ਉਹਦੇ ਫਰੂਟ ਜੂਸਿਸ ਬਣਾ ਕੇ ਵੇਚਦੇ, ਭਾਵੇਂ ਉਹ ਕੈਚਅਪ ਬਣਾ ਕੇ ਵੇਚਦੇ, ਲੋਕਾਂ ਨੂੰ ਨੌਕਰੀਆਂ ਮਿਲਦੀਆਂ। ਡਿਮਾਂਡ, ਸਾਨੂੰ ਪਤਾ ਵੀ ਡਿਮਾਂਡ ਨਹੀਂ ਹੈਗੀ, ਪ੍ਰਾਈਵੇਟ ਵਾਲਾ ਇਨਵੈਸਟਮੈਂਟ ਨਹੀਂ ਕਰੇਗਾ। ਹਿੰਦੁਸਤਾਨ ਯੂਨੀਲੀਵਰ ਲਿਮਿਟਿਡ ਵਾਲਿਆਂ ਦੀ ਸਟੇਟਮੈਂਟ ਆ ਚੁੱਕੀ ਹੈ, ਅਸੀਂ ਰੇਟ ਵਧਾਉਣੇ ਹੀ ਵਧਾਉਣੇ ਹੈ। ਤਾਂ ਸਰਕਾਰ ਦੇ ਲਈ ਇਸ ਵੇਲੇ ਮੌਕਾ ਸੀ, ਪੰਜਾਬ ਸਰਕਾਰ ਦਾ, ਵੀ ਹਿੰਦੁਸਤਾਨ ਯੂਨੀਲੀਵਰ ਨੂੰ ਰਿਪਲੇਸ ਕਰਦੇ ਔਰ ਆਪ ਅੱਗੇ ਆਉਂਦੇ, ਆਪ ਇਹ ਚੀਜ਼ਾਂ ਬਣਾਉਂਦੇ, ਜੂਸ ਬਣਾਉਂਦੇ, ਕੈਚਅਪ ਬਣਾਉਂਦੇ, ਹੋਰ ਪ੍ਰੋਸੈਸਿੰਗ ਇੰਡਸਟਰੀਜ਼, ਟੋਮੈਟੋ ਪਿਊਰੀਜ਼ ਬਣਾ ਕੇ ਲੈ ਕੇ ਆਉਂਦੇ ਇਹ ਚੀਜ਼ਾਂ, ਤਾਂ ਕਿ ਲੋਕ ਉਹਨਾਂ ਨੂੰ ਸਸਤੇ ਖਰੀਦਦੇ ਔਰ ਸਰਕਾਰ ਨੂੰ ਉਹਦੇ ਨਾਲ ਇਨਕਮ ਜਨਰੇਟ ਹੁੰਦੀ। ਉਸ ਪਾਸੇ ਸਰਕਾਰ ਦਾ ਧਿਆਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਘੱਟ ਰਿਹਾ। ਦੂਸਰੀ ਚੀਜ਼ ਜਿਹੜੀ ਸੀ, ਇਹਨਾਂ ਦਾ ਧਿਆਨ ਜਿਹੜਾ ਕਰਜ਼ਿਆਂ ਦੇ ਉੱਤੇ ਰਿਹਾ। ਕਰਜ਼ੇ ਤੁਹਾਨੂੰ ਮੈਂ ਜਿਹੜੀ ਗੱਲ ਦੱਸੀ ਵੀ 8 ਤੋਂ 10% ਦੀ ਵਿਆਜ ਦੇ ਉੱਤੇ ਮਿਲਨੇ ਆ। ਜਿਹੜਾ ਵੇਜ਼ ਐਂਡ ਮੀਨਸ ਜਿੱਥੋਂ ਦੀ ਇਹਨਾਂ ਨੇ 20,000 ਕਰੋੜ ਰੁਪਈਆ ਲੈਣਾ ਹੈ ਜਾਂ 31,000 ਕਰੋੜ ਰੁਪਈਆ ਬੈਂਕਾਂ ਦੇ ਵਿੱਚੋਂ ਦੀ ਲੈਣਾ, ਉਹ ਬੜਾ ਕਾਸਟਲੀ ਅਫੇਅਰ ਹੈ। ਉਹ ਸਮਝ ਨਹੀਂ ਆਈ ਵੀ ਸਰਕਾਰ ਦੇ ਵਿੱਚ ਐਡੇ ਵੱਡੇ ਵੱਡੇ ਅਰਥ ਸ਼ਾਸਤਰੀ ਬੈਠੇ ਆ, ਐਡੀ ਵੱਡੀ ਸਰਕਾਰ ਦੀ ਮਸ਼ੀਨਰੀ ਹੈ, ਤਾਂ ਤੁਸੀਂ NRIs ਨੂੰ ਕਿਉਂ ਨਹੀਂ ਬੌਂਡਸ ਦੇ ਸਕੇ? ਤੁਸੀਂ 6% ਦੇ ਉੱਤੇ NRIs ਨੂੰ ਬੌਂਡਸ ਦਿੰਦੇ, ਆਰਾਮ ਦੇ ਨਾਲ NRI ਨੇ ਆ ਕੇ ਸਰਕਾਰ ਦੇ ਵਿੱਚ ਪੈਸਾ ਪਾਉਣਾ ਸੀ। ਤੁਸੀਂ ਕਿਉਂ ਬੈਂਕਾਂ ਦਾ ਖਹਿੜਾ ਨਹੀਂ ਛੱਡ ਰਹੇ? ਤੁਸੀਂ ਕਿਉਂ ਬੈਂਕਾਂ ਦੇ ਮਗਰ ਲੱਗੇ ਹੋ ਵੀ ਬੈਂਕਾਂ ਚੋਂ ਤੁਹਾਨੂੰ ਪੈਸਾ ਮਿਲੇਗਾ? ਤੁਸੀਂ NRIs ਚੋਂ ਕਿਉਂ ਨਹੀਂ ਪੈਸਾ ਲਿੱਤਾ? NRIs ਤੋਂ ਪੈਸਾ ਲੈਂਦੇ 6%, ਔਰ ਹਰ ਬੰਦਾ, ਖੰਨਾ ਸਾਹਿਬ, ਚਾਹੇ ਉਹ ਤੁਸੀਂ ਹੋ, ਚਾਹੇ ਮੈਂ, ਚਾਹੇ ਕੋਈ ਹੋਰ ਹੈ, ਜਿਹਦੇ ਕੋਲ 4 ਪੈਸੇ ਹੋ, ਸਰਕਾਰੀ ਖੇਤਰ ਦੇ ਵਿੱਚ ਇਨਵੈਸਟ ਕਰਨ ਦੇ ਲਈ ਕਦੇ ਵੀ ਮਾਈਂਡ ਨਹੀਂ ਕਰੇਗਾ। ਪ੍ਰਾਈਵੇਟ ਦੇ ਵਿੱਚ ਅਸੀਂ ਮਾਈਂਡ ਕਰ ਸਕਦੇ ਵੀ ਪ੍ਰਾਈਵੇਟ ਵਾਲਿਆਂ ਦਾ ਪਤਾ ਨਹੀਂ ਦੌੜ ਜਾਏਗਾ, ਭੱਜ ਜਾਏਗਾ। ਸਰਕਾਰ ਨੇ ਕਿੱਥੇ ਭੱਜਣਾ? ਸਰਕਾਰਾਂ ਦਾ ਪੈਸਾ ਜਿਹੜਾ ਬਿਲਕੁਲ ਸਿਕਿਉਰ ਹੈ, ਤਾਂ ਇਹਨਾਂ ਨੂੰ NRIs ਤੋਂ ਲੈਣਾ ਚਾਹੀਦਾ ਸੀ। ਉਹਨਾਂ ਨੂੰ ਜੇ 6% ਤੇ ਉੱਥੋਂ ਲੈਂਦੇ, ਤੁਹਾਡਾ 4% ਵਿਆਜ ਬਚ ਜਾਣਾ ਸੀਗਾ। ਆਪਾਂ ਇਸ ਡਿਸਕਸ਼ਨ ਨੂੰ ਇੱਕ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕੰਟੀਨਿਊ ਕਰਾਂਗੇ। ਬਜਟ ਦੇ ਉੱਤੇ ਤੁਸੀਂ ਕੁਝ ਹੋਰ ਨਵੇਂ ਐਨਾਲਿਸਿਸ ਲੈ ਕੇ ਜ਼ਰੂਰ ਸਾਡੇ ਨਾਲ ਸ਼ਾਮਿਲ ਹੋਣਾ ਨੈਕਸਟ ਐਪੀਸੋਡਸ ਦੇ ਵਿੱਚ, ਜੋ ਅਸੀਂ ਪੰਜਾਬ ਬਜਟ ਦੇ ਉੱਤੇ ਇੱਕ ਵਾਰੀ ਫਿਰ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਇਨਫੋਰਮੇਸ਼ਨ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਾਜੀਵ ਜੀ। ਥੈਂਕ ਯੂ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ, ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।